ਨਵੇਂ ਬਣੇ ਗੱਠਜੋੜ ਇੰਡੀਆ ਦੇ ਵਿੱਚ ਢਿੱਲ ਪੈਂਦੀ ਵਿਖਾਈ ਦੇ ਰਹੀ ਹੈ। ਇਹ ਮਾਮਲਾ ਦੇਸ਼ ਦੇ ਦੋ ਪ੍ਰਭਾਵਸ਼ਾਲੀ ਰਾਜ ਪੰਜਾਬ ਤੇ ਪੱਛਮੀ ਬੰਗਾਲ ਚੋਂ ਉਪਜ ਕੇ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਵਿੱਚ ਇੱਕ ਨਵਾਂ YouTube ਚੈਨਲ ਆਗਾਜ਼ ਹੋਇਆ, ਜਿਹਦੀ ਪਿਛਲੇ ਕਈ ਮਹੀਨਿਆਂ ਤੋਂ ਇੱਕ ਵੱਡੀ ਚਰਚਾ ਚੱਲ ਰਹੀ ਸੀ। ਕਹਿਣ ਦਾ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਪਣਾ ਨਵਾਂ ਚੈਨਲ ਉਹਦਾ ਆਗਾਜ਼ ਕਰ ਦਿੱਤਾ ਹੈ ਤੇ ਭਲਕੇ ਸਵੇਰੇ ਅੰਮ੍ਰਿਤ ਵੇਲੇ ਰਸਮੀ ਤੌਰ ਤੇ ਇਹ ਸ਼ੁਰੂ ਹੋ ਜਾਏਗਾ। ਅਜਿਹੇ ਸਾਰੇ ਮਾਮਲੇ ਨੇ ਤੇ ਇਹਨਾਂ ਉੱਤੇ ਚਰਚਾ ਕਰਾਂਗੇ। ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਿਛਲੇ ਦਿਨੀ ਇੰਡੀਆ ਗੱਠਜੋੜ ਬਣ ਕੇ ਸਾਹਮਣੇ ਆਇਆ। ਹਾਲਾਂਕਿ ਭਾਜਪਾ ਵਿਰੋਧੀ ਇਸ ਖੇਮੇ ਦੀ, ਇਸ ਗੁੱਟ ਦੀ ਪਹਿਲਾਂ ਪਟਨਾ ਸਾਹਿਬ ਦੇ ਵਿੱਚ ਬੈਠਕ ਹੋਈ, ਫਿਰ ਬੰਗਲੁਰੂ ਦੇ ਵਿੱਚ ਇਹ ਕਾਜ ਸਿਰੇ ਚੜਿਆ ਤੇ ਨਵਾਂ ਨਾਂ ਜਿਹੜਾ ਗੱਠਜੋੜ ਦਾ UPA ਦੀ ਥਾਂ ਤੇ ਇੰਡੀਆ ਰੱਖਿਆ ਗਿਆ। ਖੈਰ, ਇੰਡੀਆ ਉੱਤੇ ਵਿਵਾਦ ਵੀ ਉਪਜੇ, ਉਹ ਗੱਲ ਵੱਖਰੀ ਹੈ, ਪਰੰਤੂ ਜਿਹੜੀ ਗੱਲ ਮੋਟੇ ਤੌਰ ਤੇ ਸਾਹਮਣੇ ਆ ਰਹੀ ਹੈ, ਪੱਛਮੀ ਬੰਗਾਲ ਤੇ ਪੰਜਾਬ, ਇੱਥੋਂ ਜਿਹੜੀਆਂ ਗੱਠਜੋੜ ਦੀਆਂ ਧਿਰਾਂ ਨੇ ਇੰਡੀਆ ਦੀਆਂ, ਉਹਨਾਂ ਵੱਲੋਂ ਕਾਫੀ ਇਤਰਾਜ਼ ਕੀਤਾ ਜਾ ਰਿਹਾ ਹੈ। ਗੱਠਜੋੜ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਰੇੜਾਂ ਸਾਹਮਣੇ ਆ ਰਹੀਆਂ ਨੇ। ਕਹਿਣ ਦਾ ਭਾਵ ਕਿ ਪੰਜਾਬ, ਜਿਸ ਦੇ ਵਿੱਚ ਕਾਂਗਰਸ ਜਿਹੜੀ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਹੈ, ਇਸੇ ਤਰ੍ਹਾਂ ਪੱਛਮੀ ਬੰਗਾਲ CPM ਜਿਹੜੀ ਕਿ ਉੱਥੇ ਵਿਰੋਧੀ ਧਿਰ ਦੇ ਵਿੱਚ ਹੈ। ਇਹਨਾਂ ਦੋਨਾਂ ਪੱਖਾਂ ਨੂੰ ਡਾਕਟਰ ਸਾਹਿਬ ਤੁਸੀਂ ਖੋਲ੍ਹਿਓ ਕਿ ਇਹ ਮਾਮਲਾ ਕੀ ਹੈ, ਕਿਸ ਤਰ੍ਹਾਂ ਦੀ ਤਰੇੜ ਹੈ ਤੇ ਅਗਲੇ ਸਮੇਂ ਜਿਹੜੀ ਅਗਲੀ ਬੈਠਕ ਜਿਹੜੀ ਇੰਡੀਆ ਗੱਠਜੋੜ ਦੀ ਮੁੰਬਈ ਹੋਣੀ ਹੈ, ਉਹ ਵਾਟ ਕਿਤੇ ਲੰਬੇਰੀ ਤਾਂ ਨਹੀਂ ਹੋ ਰਹੀ ਜੀ ਡਾਕਟਰ ਸਾਹਿਬ? ਬਿਲਕੁਲ ਭਿੰਡਰ ਸਾਹਿਬ, ਪੰਜਾਬ ਤੇ ਪੱਛਮੀ ਬੰਗਾਲ ਦੇ ਵਿੱਚ ਇਸ ਅਲਾਇੰਸ ਦੇ ਬਣਨ ਤੋਂ ਬਾਅਦ ਤੁਰੰਤ ਹੀ ਬੜਾ ਸੰਘਰਸ਼ ਮਚਿਆ ਹੋਇਆ, ਬੜਾ ਹੀ ਕੁਹਰਾਮ ਮਚਿਆ ਹੋਇਆ, ਬੜੀ ਆਪਸੀ ਜਿਹੜੀ ਤਲਖੀ ਵਧੀ ਹੋਈ ਹੈ ਉਹਦੇ ਤੋਂ ਸਾਹਮਣੇ ਆ ਰਿਹਾ। ਜਿਵੇਂ ਕਿ ਪੰਜਾਬ ਦੇ ਵਿੱਚ ਹੈ, ਪੰਜਾਬ ਦੇ LOP ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਦੇ ਬਾਰੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਅਲਾਇੰਸ ਕਿਉਂ ਕਰਾਂਗੇ। ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਇਹ ਤਾਂ ਸਿਰਫ ਆਰਡੀਨੈਂਸ ਦੇ ਸਪੋਰਟ ਦੇ ਸੰਬੰਧ ਦੇ ਵਿੱਚ ਹੈ ਤੇ ਉਹ ਹੁਣ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਦੇ ਲਈ ਦਿੱਲੀ ਪਹੁੰਚ ਚੁੱਕੇ ਨੇ ਤੇ ਉੱਥੇ ਪ੍ਰਧਾਨ ਖੜਗੇ ਸਾਹਿਬ ਦੇ ਨਾਲ ਉਹ ਮੀਟਿੰਗ ਕਰਨਗੇ ਤੇ ਆਪਣਾ ਵਿਰੋਧ ਦਰਜ। ਹਾਂ ਬਿਲਕੁਲ ਡਾਕਟਰ ਸਾਹਿਬ, ਇੱਕ ਦੋ ਦਿਨਾਂ 'ਚ ਖੜਗੇ ਸਾਹਿਬ ਨੂੰ ਮਿਲ ਵੀ ਰਹੇ ਨੇ। ਤੇ ਡਾਕਟਰ ਸਾਹਿਬ, ਇਹ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਦੇ ਆਗੂ ਨੇ, ਇਹਨਾਂ ਨੂੰ ਇਤਰਾਜ਼ ਕੀ ਹੈ ਜਦੋਂ ਕਿ ਉਹਨਾਂ ਦੀ ਹਾਈ ਕਮਾਂਡ ਨੇ ਬਹੁਤ ਲੰਮਾ ਸੋਚ ਸਮਝ ਕੇ, ਬੜੀ ਦੂਰ ਦੀ ਸੋਚ ਕੇ ਇਸ ਗੱਠਜੋੜ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਆਮ ਆਦਮੀ ਪਾਰਟੀ ਦੀ ਵੀ ਸ਼ਮੂਲੀਅਤ ਹੋਈ, ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਵੱਡਾ ਜਿਹੜਾ ਮੋਟਾ ਇਤਰਾਜ਼ ਇਸ ਕੀ ਹੈ ਜਿਹਦੇ ਨਾਲ ਜਿਹੜੀ ਗੱਠਜੋੜ ਨੂੰ ਤਰੇੜ ਪੈਂਦੀ ਸਾਹਮਣੇ ਆ ਰਹੀ ਹੈ ਜੀ ਡਾਕਟਰ ਸਾਹਿਬ? ਕਿਉਂਕਿ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਤੇ ਮੁੱਖ ਵਿਰੋਧੀ ਪਾਰਟੀ ਪੰਜਾਬ ਕਾਂਗਰਸ ਹੈ ਤੇ ਕਾਂਗਰਸ ਨੂੰ ਆਪਣਾ ਲੱਗਦਾ ਕਿ ਅਸੀਂ ਇਕੱਲੇ ਅਗਲੇ ਸਮੇਂ ਦੇ ਵਿੱਚ ਇੱਥੇ ਜ਼ਮੀਨ ਪ੍ਰਾਪਤ ਕਰ ਲਾਂਗੇ, ਸੱਤਾ ਪ੍ਰਾਪਤ ਕਰ ਲਾਂਗੇ। ਪਰ ਇਹਦੇ ਨਾਲ ਜਦੋਂ ਹੁਣ ਉਹ ਗੱਠਜੋੜ ਹੋ ਗਿਆ ਤਾਂ ਉਹਨਾਂ ਦੀ ਪੋਜੀਸ਼ਨ ਬਹੁਤ ਹੀ ਹਲਕੀ ਲੱਗ ਰਹੀ ਹੈ ਤੇ ਉਹਨਾਂ ਦੇ ਉੱਪਰ ਵਿਰੋਧੀ ਪਾਰਟੀਆਂ ਜਿਵੇਂ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਪਰ। ਉਹਨਾਂ ਕੋਲੇ ਜਵਾਬ ਨਹੀਂ ਆਉਣ ਰਿਹਾ ਤੇ ਉਹਨਾਂ ਨੂੰ ਲੱਗ ਰਿਹਾ ਵੀ ਸਾਡੀ ਰਾਜਨੀਤੀ ਅਸੀਂ ਕਿਸ ਤਰ੍ਹਾਂ ਕਰਾਂਗੇ। ਇਹਦੇ ਨਾਲ ਹੀ ਜਿਸ ਤਰ੍ਹਾਂ ਕਿ ਉਹਨਾਂ ਨੇ ਅੱਜ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਕਾਂਗਰਸ ਪਾਰਟੀ ਵਿਰੋਧੀ ਪਾਰਟੀ ਸੀ, ਵਿਰੋਧੀ ਪਾਰਟੀ ਹੈ ਅਤੇ ਵਿਰੋਧੀ ਪਾਰਟੀ ਰਹੇਗੀ। ਇਸ ਦੀ ਪ੍ਰਤੀਕਿਰਿਆ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਤਾਂ ਅਰਦਾਸ ਕਰਦਾ ਕਿ ਵਿਰੋਧ ਦੇ ਵਿੱਚ ਹੀ ਵਿਰੋਧੀ ਪਾਰਟੀ ਹੀ ਰਹੇ। ਜਦੋਂ ਇਸ ਤਰ੍ਹਾਂ ਦਾ ਇੱਕ ਗੱਠਜੋੜ ਹੋਇਆ ਹੋਵੇ ਤੇ ਇਸ ਤਰ੍ਹਾਂ ਦੀ ਇੱਕ ਤਲਖੀਆਂ ਪੈਦਾ ਹੁੰਦੀਆਂ ਹੋਣ, ਉਹ ਬੜਾ ਹੋਰ ਤਰ੍ਹਾਂ ਦੀ ਪੋਜੀਸ਼ਨ ਉਤਪੰਨ ਕਰ ਦਿੰਦਾ ਹੈ। ਕਿਉਂਕਿ ਆਮ ਆਦਮੀ ਪਾਰਟੀ ਆਪਣਾ ਰਾਜ ਕਰ ਰਹੀ ਹੈ ਤੇ ਇਹ ਆਪਣੇ ਵਿਰੋਧ ਦੇ ਵਿੱਚੋਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਗੇ। ਪੰਜਾਬ ਦੀ ਜਿਹੜੀ ਕਾਂਗਰਸ ਹੈ, ਇਹਨਾਂ ਨੂੰ ਫਿਕਰ ਇਹ ਹੈ ਵੀ ਸਾਡੀ ਜਿਹੜੀ ਜ਼ਮੀਨ ਹੈ ਕਿਤੇ ਜਿਹੜੀ ਪੈਰਾਂ ਥੱਲੋਂ ਹੋਰ ਨਾ ਖਿਸਕ ਜਾਵੇ, ਇਸ ਕਰਕੇ ਇਹ ਵਿਰੋਧ ਜਤਾ ਰਹੇ ਨੇ। ਪਰੰਤੂ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਦੇਸ਼ ਵਿਆਪੀ ਪੱਧਰ ਦੇ ਉੱਪਰ ਸੋਚ ਕੇ ਇਹ ਅਲਾਇੰਸ ਕੀਤਾ ਹੈ। ਉਹਨਾਂ ਦਾ ਮਕਸਦ ਇਹੋ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਇਹਦੇ ਲਈ ਇਹਨਾਂ ਨੇ ਇਹ ਕਾਰਜ ਕੀਤਾ ਹੈ। ਇਹ ਸੇਮ ਇਹੀ ਪੋਜੀਸ਼ਨ ਬੰਗਾਲ ਦੇ ਵਿੱਚ ਆ ਰਹੀ ਹੈ। ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਦੀ ਸਰਕਾਰ ਹੈ, ਉੱਥੇ ਕਾਂਗਰਸ ਪਾਰਟੀ ਨਾਲ ਵੀ ਉਹਨਾਂ ਦਾ ਟਕਰਾਅ ਸੀ। ਪਰੰਤੂ ਕਾਂਗਰਸ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਤੇ ਉਹਨਾਂ ਨੇ ਉਸ ਦੀਆਂ ਜੋ ਵੀ ਸ਼ਰਤਾਂ ਦੀ ਤਕਰੀਬਨ ਮੰਨ ਰਹੀ ਹੈ। ਪਰੰਤੂ ਫਿਰ ਵੀ ਜਿਹੜਾ ਹੈਗਾ ਬੰਗਾਲ ਦੇ ਵਿੱਚ ਜੇ ਕੋਈ
ਖੜਾ ਹੋਵੇਗਾ ਤਾਂ ਉਹਨਾਂ ਦਾ 5 ਪਾਰਲੀਮੈਂਟ ਸੀਟਾਂ ਨੇ ਜਿਹੜੀਆਂ ਮੁਰਸ਼ਿਦਾਬਾਦ ਤੇ ਪੱਛਮੀ ਬੰਗਾਲ ਦੀਆਂ ਮੱਧ ਬੰਗਾਲ ਦੀਆਂ ਸੀਟਾਂ ਨੇ, ਉਹਨਾਂ ਦੇ ਵਿੱਚ ਜਿਹੜੀਆਂ ਕਾਂਗਰਸ ਪਾਰਟੀ ਆਪਣੇ ਪਾਸ ਰੱਖਣਾ ਚਾਹੁੰਦੀ ਹੈ ਉਹਨਾਂ ਬਾਰੇ ਤ੍ਰਿਣਮੂਲ ਕਾਂਗਰਸ ਨਾਲ ਕੋਈ ਟਕਰਾਅ ਹੋ ਸਕਦਾ, ਪਰੰਤੂ ਉਹਦਾ ਉਹ ਸਮਝੌਤਾ ਕੱਢ ਲੈਣਗੇ। ਤੇ ਪਰ ਜਿਹੜਾ ਅਸਲੀ ਵੱਡਾ ਟਕਰਾਅ ਹੈ ਉੱਥੇ CPI ਤੇ CPM ਦੇ ਨਾਲ ਹੈ। CPM ਕਿਉਂਕਿ ਜਿਹੜੀ ਕਿ ਉੱਥੇ ਲੰਬਾ ਸਮਾਂ ਰਾਜ ਕਰਦੀ ਰਹੀ ਹੈ, ਉਹਨਾਂ ਨੂੰ ਸੱਤਾਹੀਨ ਹੋਇਆ ਕਾਫੀ ਸਮਾਂ ਹੋ ਚੁੱਕਿਆ, ਉਹ ਆਪਣੀ ਜ਼ਮੀਨ ਤਲਾਸ਼ ਕਰ ਰਹੇ ਨੇ, ਉਹ ਤ੍ਰਿਣਮੂਲ ਕਾਂਗਰਸ ਦੇ ਨਾਲ ਨਹੀਂ ਚੱਲ ਸਕਣਗੇ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਅਸੀਂ ਕਾਂਗਰਸ ਅਤੇ ਖੱਬੇ ਪੱਖੀਆਂ ਧਾਰਾਂ ਇਕੱਠੀਆਂ ਹੋ ਕੇ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣਾ ਮੈਦਾਨ ਮਾਰਾਂਗੇ। ਅਸੀਂ ਇਸ ਤਰ੍ਹਾਂ ਦੀ ਤ੍ਰਿਣਮੂਲ ਕਾਂਗਰਸ ਦੇ ਨਾਲ ਨਹੀਂ ਚੱਲ ਸਕਦੇ। ਇਸ ਤਰ੍ਹਾਂ ਦੀ ਜਦੋਂ ਪ੍ਰਸਥਿਤੀ ਹੋਵੇ ਤਾਂ ਇਹ ਗੱਠਜੋੜ ਦੀ ਜਿਹੜੀਆਂ ਪ੍ਰਸਥਿਤੀਆਂ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਤਰੇੜਾਂ ਪੈਂਦੀਆਂ ਲੱਗਦੀਆਂ ਨੇ। ਜੀ ਭਿੰਦਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਹੈ। ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨੂੰ ਇੱਦਾਂ ਅਹਿਸਾਸ ਹੋ ਰਿਹਾ ਹੈ ਜਿਵੇਂ ਕਿ ਉਹਨਾਂ ਦੀ ਜਿਹੜੀ ਵਿਰੋਧੀ ਧਿਰ ਵਾਲੀ ਹੈਸੀਅਤ ਹੈ ਉਹ ਖਤਮ ਹੋ ਗਈ ਹੈ। ਦੂਜੇ ਬੰਨੇ ਤੁਸੀਂ ਕਿਹਾ ਕਿ ਵਿਰੋਧੀ ਧਿਰਾਂ ਇਸ ਮਾਮਲੇ 'ਚ ਵੱਡੇ ਤੰਜ ਕੱਸ ਰਹੀਆਂ ਨੇ। ਸੁਨੀਲ ਕੁਮਾਰ ਜਾਖੜ ਜਿਹੜੇ ਕਿ ਭਾਜਪਾ ਦੇ ਨਵੇਂ ਪ੍ਰਧਾਨ ਨੇ, ਅੱਜ ਉਹਨਾਂ ਦੀ ਪਟਿਆਲਾ ਆਮਦ ਹੋਈ। ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਨਿਊ ਮੋਤੀ ਬਾਗ ਪੈਲਸ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਲਈ ਆਏ। ਜਦ ਭਾਵੇਂ ਕਿ ਇਸ ਪ੍ਰੋਗਰਾਮ ਵੇਲੇ ਕੈਪਟਨ ਸਾਹਿਬ ਖੁਦ ਮੌਜੂਦ ਨਹੀਂ ਸਨ, ਉਹਨਾਂ ਦੀ ਧੀ ਬੀਬਾ ਜੈਇੰਦਰ ਕੌਰ ਜਿਹੜੇ ਭਾਜਪਾ ਦੇ ਇਸ ਵੇਲੇ ਮੀਤ ਪ੍ਰਧਾਨ ਨੇ ਸਮੇਤ ਹੋਰ ਭਾਜਪਾ ਦੀ ਸਥਾਨਕ ਲੀਡਰਸ਼ਿਪ ਉੱਥੇ ਮੌਜੂਦ ਸੀ। ਤਾਂ ਸੁਨੀਲ ਕੁਮਾਰ ਜਾਖੜ ਹੋਰਾਂ ਦਾ ਇੱਕ ਤੰਜ ਸੀ ਕਿ ਵਿਰੋਧੀ ਧਿਰ ਦੇ ਵਿੱਚ ਹੁਣ ਜਦੋਂ ਕਾਂਗਰਸ ਆਪ ਨਾਲ ਹੱਥ ਮਿਲਾ ਚੁੱਕੀ ਹੈ ਤਾਂ ਹੁਣ ਸਰਕਾਰ ਤੇ ਵਿਰੋਧੀ ਧਿਰ ਦੇ ਵਿੱਚ ਕੋਈ ਫਰਕ ਨਹੀਂ। ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੈ ਹੁਣ ਪੰਜਾਬ ਦੇ ਵਿੱਚ ਭਾਜਪਾ ਨਿਭਾਏਗੀ। ਕਹਿੰਦਾ ਭਾਵ ਕਿ ਇੱਦਾਂ ਦੇ ਜਿਹੜੇ ਤੰਜ ਨੇ ਜਾਂ ਦੂਜੇ ਬੰਨੇ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਇੱਦਾਂ ਦੀ ਤਲਖੀ ਭਰੇ ਬਿਆਨ ਆ ਰਹੇ ਨੇ ਤਾਂ ਇਹਦੇ ਉੱਤੇ ਇੱਕ ਵੱਡਾ ਸਵਾਲ ਉਪਜ ਕੇ ਸਾਹਮਣੇ ਆ ਰਿਹਾ ਕਿ ਗੱਠਜੋੜ ਅੱਗੇ ਕਿਵੇਂ ਵਧੇਗਾ, ਕਿਉਂਕਿ ਅਗਲੀ ਜਿਹੜੀ ਬੈਠਕ ਹੈ ਮੁੰਬਈ ਦੀ ਇੱਕ ਲੰਮੀ ਵਾਟ ਹੈ। ਦੂਜੇ ਬੰਨੇ ਆਪਾਂ ਦੇਖੀਏ ਕਿ ਕੁਮਾਰੀ ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ, ਉਹ ਦੋਨੇ ਬੜੇ ਸੁਲਝੇ ਹੋਏ ਸਿਆਣੇ ਲੀਡਰ ਨੇ ਤੇ ਇੰਡੀਆ ਗੱਠਜੋੜ ਦੇ ਵਿੱਚ ਉਹਨਾਂ ਦਾ ਇਸ ਵੇਲੇ ਕਾਫੀ ਦਬਦਬਾ ਵੀ ਹੈ। ਤੇ ਕਹਿੰਦਾ ਭਾਵ ਕਿ ਉਹ ਆਪੋ ਆਪਣੇ ਰਾਜਾਂ ਨੂੰ, ਪੰਜਾਬ ਨੂੰ ਤੇ ਪੱਛਮੀ ਬੰਗਾਲ ਨੂੰ ਅੱਗੇ ਜਾ ਕੇ ਕਿਵੇਂ ਉਹ ਜਿਹੜੀਆਂ ਵਿਰੋਧੀ ਸੁਰਾਂ ਇੱਥੇ ਨਾਲ ਵਾਲੀਆਂ ਭਾਈਵਾਲ ਧਿਰਾਂ, ਕਹਿਣ ਦਾ ਭਾਵ ਕਿ CPM ਤੇ ਕਾਂਗਰਸ ਵੱਲੋਂ ਉੱਠ ਰਹੀਆਂ ਨੇ ਦੋਨਾਂ ਰਾਜਾਂ ਦੇ ਵਿੱਚ, ਵੱਖੋ ਵੱਖਰੇ ਰਾਜਾਂ ਦੇ ਵਿੱਚ ਵੱਖੋ ਵੱਖਰੀਆਂ ਜਿਹੜੀਆਂ ਸੁਰਾਂ ਨੇ ਉਹਨਾਂ ਨੂੰ ਕਿਵੇਂ ਉਹ ਸ਼ਾਂਤ ਕਰ ਸਕਣਗੇ, ਇਹ ਵੇਖਣ ਵਾਲੀ ਗੱਲ ਹੈ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਅੱਜ ਇੱਕ YouTube ਚੈਨਲ ਆਗਾਜ਼ ਹੋਇਆ। ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕਈ YouTube ਚੈਨਲ ਚੱਲ ਰਹੇ ਨੇ ਤੇ ਕਈ ਵੱਡੀਆਂ ਫਰਮਾਂ ਵੀ ਇਸ ਮਾਮਲੇ ਦੇ ਵਿੱਚ ਰੁਚਿਤ ਨੇ, ਪਰੰਤੂ ਜਿਹੜੀ ਅੱਜ ਇੱਕ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਲਾਏ ਜਾਣ ਵਾਲੇ YouTube ਚੈਨਲ ਤੋਂ ਹੋਈ, ਇੱਕ ਵੱਖਰੀ ਤਰ੍ਹਾਂ ਦੀ ਸੀ। ਇਹਦੇ ਵਿੱਚ ਸਰਕਾਰ ਵੀ ਕਈ ਮਾਮਲਿਆਂ ਦੇ ਵਿੱਚ ਇਨਵੋਲਵਮੈਂਟ ਦੇ ਵਿੱਚ ਵੇਖੀ ਗਈ। ਦੂਜੇ ਬੰਨੇ ਜਿਹੜੀ SGPC ਹੈ ਉਹ ਕਈ ਮਾਮਲਿਆਂ ਦੇ ਵਿੱਚ ਮੌਜੂਦਾ ਸਟੇਟ ਸਰਕਾਰ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਵੀ ਲਾਉਂਦੀ ਰਹੀ। ਖੈਰ, ਅੱਜ ਇਹਦਾ ਆਗਾਜ਼ ਹੋ ਗਿਆ ਅੰਮ੍ਰਿਤਸਰ ਦੇ ਵਿੱਚੋਂ ਤੇ ਭਲਕੇ ਸਵੇਰੇ ਅੰਮ੍ਰਿਤ ਵੇਲੇ ਇਹ ਆਪਣਾ ਜਿਹੜਾ ਗੁਰਬਾਣੀ ਪ੍ਰਸਾਰਨ YouTube ਉੱਤੇ ਆਰੰਭ ਦੇਵੇਗਾ। ਤੇ ਵੱਡੀ ਗੱਲ ਕਿ ਅੱਜ ਇਸ YouTube ਚੈਨਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਾਮਕਰਨ ਹੈ ਉਹ ਤੀਜੀ ਵਾਰ ਬਦਲ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਚਖੰਡ ਦਾ ਵਿੱਚ ਸ਼ਬਦ ਜੋੜਿਆ ਗਿਆ, ਫਿਰ ਸ੍ਰੀ ਹਰਿਮੰਦਰ ਸਾਹਿਬ ਤੇ ਫਿਰ ਦਰਬਾਰ ਸਾਹਿਬ ਵੀ ਜੋੜਿਆ ਗਿਆ, ਜਦੋਂ ਕਿ ਹੁਣ ਤੀਜੀ ਵਾਰ ਨਾਲ ਜਿਹੜਾ ਸੱਚਖੰਡ ਸ੍ਰੀ ਅੰਮ੍ਰਿਤਸਰ ਇਹੀ ਹੁਣ ਨਾਂ ਰੱਖਿਆ ਗਿਆ। ਤੇ ਇਸ ਨਾਂ ਪਿੱਛੇ ਇਸ ਤਰ੍ਹਾਂ ਦਾ ਕੋਈ ਝਲਕਾਰਾ ਪੈਂਦਾ ਹੈ ਜਿਵੇਂ SGPC ਇਸ ਮਾਮਲੇ ਦੇ ਵਿੱਚ ਉਸ ਪ੍ਰਤੀ ਪ੍ਰਤੀਬੱਧ ਨਹੀਂ ਸੀ। ਭਾਵੇਂ ਕਮੇਟੀ ਲੰਮੇ ਸਮੇਂ ਤੋਂ ਬਣਾ ਦਿੱਤੀ ਗਈ, ਪਰੰਤੂ ਨਾਮਕਰਨ ਤੀਜੀ ਵਾਰ ਸਾਹਮਣੇ ਆਉਣਾ ਇਹ ਵੀ ਇੱਕ ਸਵਾਲਾਂ ਦਾ ਵਿਸ਼ਾ ਹੈ। ਹਾਲਾਂਕਿ ਭਾਵੇਂ SGPC ਵੱਲੋਂ ਤਰਕ ਦਿੱਤਾ ਗਿਆ ਕਿ ਕਿਉਂਕਿ ਅਗਲੇ ਸਮੇਂ ਕੋਈ ਇਤਰਾਜ਼ਯੋਗ ਕੋਈ ਨੋਟਿਸ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਵਿਰੋਧੀ ਧਿਰ ਨੂੰ ਜਿਹੜਾ ਇਤਰਾਜ਼ ਵਾਲਾ ਨੋਟਿਸ ਉਹਦੇ ਵਿੱਚ ਦੇਣਾ ਪੈਣਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਹਰਿਮੰਦਰ ਸਾਹਿਬ। ਤਾਂ ਅਜਿਹੇ ਦੇ ਵਿੱਚ ਅਜਿਹੇ ਇਤਰਾਜ਼ਾਂ ਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ SGPC ਸ੍ਰੀ ਅੰਮ੍ਰਿਤਸਰ ਸਾਹਿਬ ਹੀ ਇਹਦਾ ਨਾਮ ਹੁਣ ਅਗਲੇ ਜਿਹੜਾ YouTube ਚੈਨਲ ਰੱਖ ਲਿਆ ਗਿਆ। ਪਰੰਤੂ ਨਾਮਕਰਨ ਤੀਜੀ ਵਾਰ ਹੋਣਾ
ਇਹ ਵੀ ਇੱਕ ਵੱਡਾ ਸਵਾਲ ਹੈ ਜੀ ਡਾਕਟਰ ਸਾਹਿਬ। ਭਿੰਦਰ ਸਾਹਿਬ, ਐਸਜੀਪੀਸੀ ਦੀ ਬੜੀ ਵੱਡੀ ਇੰਪੋਰਟੈਂਸ ਹੈ, ਬੜਾ ਵੱਡਾ ਇਤਿਹਾਸ ਹੈ। ਕੁਰਬਾਨੀਆਂ ਤੋਂ ਬਾਅਦ ਐਸਜੀਪੀਸੀ ਹੋਂਦ ਦੇ ਵਿੱਚ ਆਈ ਹੈ। ਇੱਥੇ ਐਸਜੀਪੀਸੀ ਦੀ ਹਰੇਕ ਖੇਤਰ ਦੇ ਵਿੱਚ ਪੰਜਾਬ ਨੂੰ ਕੀ ਵਿਸ਼ਵ ਦੇ ਵਿੱਚ ਵੱਡੀ ਦੇਣ ਹੈ, ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ ਤੇ ਬੜਾ ਇਹਨਾਂ ਦੀ ਇੱਕ ਮੰਨਿਆ ਜਾਂਦਾ ਹੈ। ਪਰੰਤੂ ਇਸ ਤਰ੍ਹਾਂ ਦੇ ਇੱਕ ਨਾਮਕਰਨ ਦੇ ਉੱਪਰ ਥੋੜੇ ਸਮੇਂ ਦੇ ਵਿੱਚ ਹੀ 3 ਨਾਮ ਬਦਲ ਦੇਣੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇਹਦੀ ਪ੍ਰਸਥਿਤੀ ਜਾਂ ਇਹਨਾਂ ਦੀ ਸਥਿਤੀ ਨੂੰ ਨਾ ਹਾਸੋ ਹੀ ਨਹੀਂ ਬਣਾ ਰਿਹਾ ਹੈਗਾ। ਐਸਜੀਪੀਸੀ ਦੇ ਪਾਸ ਬਹੁਤ ਵੱਡੇ ਵਿਦਵਾਨ ਨੇ, ਬੜਾ ਵੱਡਾ ਅਦਾਰਾ ਹੈ, ਇਹਦੇ ਪਾਸ ਕਾਲਜ, ਸਕੂਲ, ਯੂਨੀਵਰਸਿਟੀ ਵੀ ਚਲਾ ਰਹੇ ਨੇ, ਬੜਾ ਕੁਝ ਹੈ ਇਹਨਾਂ ਪਾਸ। ਇਹਨਾਂ ਕੋਲ ਵਿਦਵਾਨਾਂ ਦੀ, ਟੈਕਨੋਕ੍ਰੈਟਸ ਦੀ ਤੇ ਵਿਗਿਆਨੀਆਂ ਦੀ, ਹੋਰ ਤਰ੍ਹਾਂ ਦੀ, ਹਰ ਤਰ੍ਹਾਂ ਦੀ ਇਹਨਾਂ ਪਾਸ ਵਿਅਕਤੀ ਮੌਜੂਦ ਨੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੇ ਐਸਜੀਪੀਸੀ ਦਾ ਜਿਹੜਾ ਸੈਕਟਰੀਏਟ ਹੈ, ਇਹਨਾਂ ਦਾ ਸਟਾਫ ਹੈ, ਬੜੇ ਵੱਡੇ ਕਾਬਲ ਅਧਿਕਾਰੀ ਨੇ, ਅਫਸਰ ਨੇ, ਪਹਿਲਾਂ ਵੀ ਰਹਿ ਕੇ ਗਏ ਨੇ ਤੇ ਹੋਰ ਵੀ ਹੁਣ ਵੀ ਇਹਨਾਂ ਪਾਸ ਹੈਗੇ, ਬੜੇ ਇਤਿਹਾਸਕਾਰ ਨੇ। ਤੇ ਪਰ ਇਸ ਗੱਲ ਦੇ ਉੱਪਰ ਇੱਕ ਟਪਲਾ ਖਾ ਜਾਣਾ ਜਾਂ ਇਸ ਨੂੰ ਬਹੁਤ ਲਾਈਟਲੀ ਪੱਧਰ ਤੇ ਡੀਲ ਕਰਨਾ, ਜਿਹੜੇ ਨੇ ਸਮੁੱਚੇ ਵਿਸ਼ਵ ਦੇ ਵਿੱਚ ਐਸਜੀਪੀਸੀ ਦੀ ਸਥਿਤੀ ਨੂੰ ਹਾਸੋਹੀਣੀ ਜਿਹੀ ਬਣਾ ਦਿੱਤਾ ਗਿਆ। ਇਹਦੇ ਨਾਲ ਲੋਕਾਂ ਨੂੰ, ਜਿਸ ਤਰ੍ਹਾਂ ਕਿ ਜਿਹੜੇ ਗੰਭੀਰ ਵਿਅਕਤੀ ਨੇ, ਗੰਭੀਰ ਸਿੱਖ ਚਿੰਤਕ ਨੇ, ਗੰਭੀਰ ਸਿੱਖ ਵਿਦਵਾਨ ਨੇ, ਉਹਨਾਂ ਨੂੰ ਇਹ ਲੱਗਦਾ ਵੀ ਇਹ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ, ਜਦ ਕਿ ਇਸ ਤਰ੍ਹਾਂ ਦਾ ਐਸਜੀਪੀਸੀ ਵੱਲੋਂ ਪਲਾਨ ਕੀਤਾ ਗਿਆ ਸੀ ਕਿ YouTube ਚਲਾਇਆ ਜਾਣਾ ਹੈ। ਇਹਦੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਕਮੇਟੀ ਦੇ ਵਿੱਚ ਵੀ ਬਹੁਤ ਵੱਡੇ ਉੱਚ ਪੱਧਰ ਦੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਦੇ ਬਾਰੇ ਵਿਚਾਰ ਕੀਤਾ ਸੀ। ਇਸ ਪੱਖ ਦੇ ਵਿੱਚੋਂ ਕਾਨੂੰਨੀ ਪਹਿਲੂ, ਟੈਕਨੀਕਲ ਪਹਿਲੂ ਅਤੇ ਹੋਰ ਸਾਰੇ ਜਿਹੜੇ ਹੈਗੇ ਇਤਿਹਾਸ ਔਰ ਸੱਭਿਆਚਾਰ ਦੇ ਨਾਲ ਸੰਬੰਧਿਤ ਜੋ ਵੀ ਪਹਿਲੂ ਨੇ, ਜਿਹੜੇ ਧਾਰਮਿਕ ਆਸਥਾ ਨਾਲ ਜੁੜੇ ਹੋਏ ਨੇ, ਉਹਨਾਂ ਬਾਰੇ ਪੂਰਾ ਗੰਭੀਰਤਾ ਨਾਲ ਮੰਥਨ ਕੀਤਾ ਗਿਆ ਹੋਊਗਾ। ਪਰ ਇਹਦੇ ਤੋਂ ਇਹ ਲੱਗਦਾ ਵੀ ਇਹਦੇ ਬਾਰੇ ਬਿਲਕੁਲ ਹੀ, ਕਿਉਂਕਿ ਪਹਿਲੀ ਵਾਰ ਜਦੋਂ ਇਹਦਾ ਨਾਮ ਰੱਖਿਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੇ ਉਹਦੇ ਬਾਰੇ ਇਤਰਾਜ਼ ਉੱਠਿਆ ਕਿ ਕਿਉਂਕਿ ਖੁਦ ਐਸਜੀਪੀਸੀ ਇੱਕ ਆਦੇਸ਼ ਜਾਰੀ ਕਰ ਚੁੱਕੀ ਹੈ ਕਿ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਿਹਾ ਜਾਵੇ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਗ੍ਹਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਿਹਾ ਜਾਵੇ। ਉਹ ਆਪਣੇ ਕਥਨਾਂ ਦਾ ਹੀ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਜਾਂ ਆਪਣੀ ਕਾਰਵਾਈਆਂ ਤੋਂ ਹੀ ਭੁੱਲ ਜਾਂਦੀ ਹੈ। ਤੇ ਇਸ ਤਰ੍ਹਾਂ ਤੇ ਹੁਣ ਤੀਸਰਾ ਜਿਹੜਾ ਹੈਗਾ, ਜੇ ਕੋਈ ਕਾਨੂੰਨੀ ਮਸਲਾ ਖੜਾ ਹੁੰਦਾ ਜਾਂ ਹੋਰ ਹੁੰਦਾ ਹੈ ਤਾਂ ਇਹਦੇ ਬਾਰੇ ਤਾਂ ਪਹਿਲਾਂ ਤੋਂ ਹੀ ਵਿਚਾਰ ਕਰਕੇ ਫਾਈਨਲ ਸਟੇਜ ਦੇ ਉੱਪਰ ਜਾਣਾ ਚਾਹੀਦਾ। ਹੁਣ ਐਸਜੀਪੀਸੀ ਤਾਂ ਏਡੀ ਵੱਡੀ ਬਣ ਚੁੱਕੀ ਹੈ ਜਿੱਥੇ ਕਿ ਮੁਲਾਜ਼ਮਾਂ ਨੇ ਵੀ ਆਪਣੀ ਇੱਕ ਟ੍ਰੇਡ ਯੂਨੀਅਨ ਜਥੇਬੰਦੀ ਵੀ ਰਜਿਸਟਰ ਕਰਾ ਲਈ ਹੈ। ਤਾਂ ਇਹਦਾ ਮਤਲਬ ਹੈ ਐਸਜੀਪੀਸੀ ਪਾਸ ਸਾਧਨਾਂ ਦੀ ਕਮੀ ਨਹੀਂ, ਉਹਨਾਂ ਪਾਸ ਬਹੁਤ ਵੱਡੇ ਵਿਦਵਾਨ, ਸਾਰਾ ਕੁਝ ਹੈਗਾ। ਸਾਰਾ ਕੁਝ ਦੇਖ ਕੇ ਇਸ ਤਰ੍ਹਾਂ ਦੀ ਕਾਰਵਾਈ ਹੋ ਜਾਣੀ, ਇਹ ਥੋੜੀ ਜਿਹੀ ਸਿੱਖਾਂ ਦੇ ਵਿੱਚ, ਵਿਸ਼ਵ ਪੱਧਰ ਦੇ ਉੱਪਰ ਫੈਲੇ ਹੋਏ ਸਿੱਖ ਬੁੱਧੀਜੀਵੀਆਂ ਦੇ ਵਿੱਚ ਇੱਕ ਥੋੜੀ ਜਿਹੀ ਇਸ ਤਰ੍ਹਾਂ ਦੀ ਇੱਕ ਨਿਰਾਸ਼ਤਾ ਜਿਹੀ, ਜਾਂ ਉਹਨਾਂ ਨੂੰ ਇੱਕ ਹਾਸੋਹੀਣੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਧਰਮਾਂ ਦੇ ਵਿੱਚ ਵੀ ਜਦੋਂ ਆਪਾਂ ਵਿਸ਼ਵ 'ਚ ਜਾਂਦੇ ਹਾਂ ਤਾਂ ਇਸ ਤਰ੍ਹਾਂ ਦੀ ਇੱਕ ਸਥਿਤੀ ਉਤਪੰਨ ਹੋ ਜਾਂਦੀ ਹੈ। ਇਹਨੂੰ ਦੇਖਣ ਦੀ ਜ਼ਰੂਰਤ ਹੈ ਵੀ ਇਹ ਕਿਸ ਪੱਧਰ ਤੇ ਚੂਕ ਕਿੱਥੇ ਹੋਈ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਬਹੁਤ ਵਿਦਵਾਨ ਬੰਦੇ ਨੇ, ਬਹੁਤ ਅੱਛੇ ਬੰਦੇ ਨੇ, ਬੜੇ ਸਾਊ ਬੰਦੇ ਨੇ। ਪਤਾ ਨਹੀਂ ਉਹਨਾਂ ਦੇ ਵੀ ਇਕੱਲੇ ਦੀ ਉਹ ਨਹੀਂ, ਤਾਂ ਕਿਉਂਕਿ ਜਦੋਂ ਫੈਲ ਜਾਂਦੀ ਹੈ ਤਾਂ ਹੇਠਾਂ ਤੋਂ ਕਿਸ ਤਰ੍ਹਾਂ ਉਹਨੂੰ ਡੀਲ ਕੀਤਾ ਗਿਆ, ਕਿਹੜੇ ਵਿਅਕਤੀਆਂ ਨੇ ਕਿਸ ਤਰ੍ਹਾਂ ਕੀਤਾ, ਇਹਦੇ ਬਾਰੇ ਥੋੜੀ ਜਿਹੀ ਚੂਕ ਦਾ ਅੱਗੇ ਵਾਸਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਇਹਦੇ ਬਾਰੇ ਨਿਰਣਾ ਕਰਨ ਦੀ ਵੀ ਜ਼ਰੂਰਤ ਹੈ। ਚਲੋ ਖੈਰ, ਸ੍ਰੀ ਗੁਰੂ ਰਾਮਦਾਸ ਦੇ ਦਰ ਘਰ ਦੇ ਵਿੱਚ ਅੱਜ ਇੱਕ ਨਵੀਂ ਉਪਲਬਧੀ ਹੈ। ਆਪਾਂ ਐਸਜੀਪੀਸੀ ਨੂੰ ਵਧਾਈ ਦਿੰਦੇ ਹਾਂ ਤੇ ਐਸਜੀਪੀਸੀ ਨੇ ਨਾਲ ਇੱਕ ਵੱਖਰੀ ਕਮੇਟੀ ਬਣਾਤੀ ਹੈ ਜਿਸ ਨੇ ਸੈਟੇਲਾਈਟ ਨੂੰ ਅੱਗੇ ਸਥਾਪਿਤ ਕਰਨਾ ਹੈ। ਉਹ ਜਿਹੜੇ ਇਸ ਵੇਲੇ ਐਸਜੀਪੀਸੀ ਦੇ ਜਨਰਲ ਸਕੱਤਰ ਨੇ ਗੁਰਚਰਨ ਸਿੰਘ ਗਰੇਵਾਲ, ਉਹਨਾਂ ਦੀ ਅਗਵਾਈ ਹੇਠ ਇੱਕ ਕਮੇਟੀ ਅਗਲੇ ਸਮੇਂ ਕੰਮ ਕਰੇਗੀ। ਦੇਖਦੇ ਹਾਂ ਕਿ ਉਹ ਕਮੇਟੀ ਕਿੰਨਾ ਕੁ ਚੁਸਤ ਦੁਰਸਤ ਨਾਲ ਕੰਮ ਕਰੇਗੀ। ਡਾਕਟਰ ਸਾਹਿਬ, ਇੱਕ ਤੁਸੀਂ ਜ਼ਿਕਰ ਕੀਤਾ ਹੈ ਕਿ ਐਸਜੀਪੀਸੀ ਮੁਲਾਜ਼ਮ ਟ੍ਰੇਡ ਇੱਕ ਜਾਣੀ ਕਿ ਯੂਨੀਅਨ ਅੱਜ ਸਥਾਪਿਤ ਹੋ ਗਈ ਹੈ। ਖੈਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਸ ਮਾਮਲੇ ਉੱਤੇ ਵੀ ਕਾਫੀ ਇਤਰਾਜ਼ ਕੀਤਾ ਕਿ ਇਹ ਸੇਵਾ ਭਾਵਨਾ ਵਾਲੇ ਇੱਕ ਅਦਾਰੇ ਦੇ ਵਿੱਚ ਅਜਿਹੀ ਜਿਹੜੀ ਹੈ ਯੂਨੀਅਨ ਬਣਨੀ, ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਮੁਲਾਜ਼ਮ ਟ੍ਰੇਡ ਕਮੇਟੀ ਜਿਹੜੀ ਅੱਜ ਸਥਾਪਿਤ ਹੋਈ ਹੈ ਤੇ ਇਹਦੇ ਜਿਹੜੇ ਪ੍ਰਧਾਨ ਬਣੇ ਨੇ ਜਾਂ ਆਗੂ ਬਣੇ ਨੇ, ਉਹ ਇੱਕ ਪੰਜਾਬ ਦੇ ਵੱਡੇ ਸਿਆਸੀ ਆਗੂ ਦੇ ਭਰਾ ਦੱਸੇ ਜਾ ਰਹੇ ਨੇ। ਜਦੋਂ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਇਹ ਦੋਸ਼ ਲਗਾ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਕਿ ਹੁਣ ਅਗਲੀ ਦਖਲ ਅੰਦਾਜ਼ੀ ਹੈ ਉਹ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ਤੇ ਹੋਣ ਲੱਗੀ ਹੈ, ਜਿਸ ਤੋਂ ਸੁਚੇਤ ਰਹਿਣਾ ਚਾਹੀਦਾ। ਹਾਲਾਂਕਿ ਉਹਨਾਂ ਨੇ ਜਿਨ੍ਹਾਂ ਨੇ ਹੁਣ ਕਮੇਟੀ ਗਠਿਤ ਕੀਤੀ ਹੈ, ਨਵੀਂ ਕਹਿਣ ਦਾ ਭਾਵ ਐਜੀਪੀਸੀ ਮੁਲਾਜ਼ਮ ਯੂਨੀਅਨ ਜਾਂ ਟ੍ਰੇਡ ਯੂਨੀਅਨ, ਉਹਨਾਂ ਸਾਰੇ ਕਰਮਚਾਰੀਆਂ ਅਧਿਕਾਰੀਆਂ ਨੂੰ ਵੀ ਇੱਕ ਸੱਦਾ ਦਿੱਤਾ ਹੈ ਕਿ ਉਹ ਸਰਕਾਰਾਂ ਦੇ ਅਜਿਹੇ ਬਹਿਕਾਵੇ ਦੇ ਵਿੱਚ ਨਾ ਆਉਣ। ਹਾਲਾਂਕਿ ਉਹਨਾਂ ਦਾ ਦੋਸ਼ ਹੈ ਵੀ ਇਹਦੇ ਪਿੱਛੇ ਸਰਕਾਰਾਂ ਕੰਮ ਕਰ ਰਹੀਆਂ ਨੇ। ਕਈ ਵਾਰ ਕੋਈ ਮੁਲਾਜ਼ਮ ਜਿਨ੍ਹਾਂ ਦੀ ਆਪਣੀ ਲੰਬੇ ਸਮੇਂ ਤੋਂ ਕੋਈ ਮੰਗ ਖੜੀ ਹੁੰਦੀ ਹੈ, ਉਹ ਮੰਗ ਮਨਵਾਉਣ ਲਈ ਵੀ ਅਜਿਹੇ ਕਾਰਜ ਵੱਲ ਪੈ ਜਾਂਦੇ ਨੇ। ਡਾਕਟਰ ਸਾਹਿਬ, ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ, ਕਿਵੇਂ ਲੈਂਦੇ ਹੋ? ਪਿੰਡਰ ਸਾਹਿਬ, ਅਦਾਰਿਆਂ ਦੇ ਵਿੱਚ ਜਾਂ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਟ੍ਰੇਡ ਯੂਨੀਅਨਾਂ ਬਣਦੀਆਂ ਰਹਿੰਦੀਆਂ ਨੇਗੀਆਂ ਤੇ ਆਪਣੀ ਹੱਕੀ ਮੰਗਾਂ ਦੇ ਲਈ ਆਪਣੇ ਕਾਰਜ ਕਰਾਉਂਦੀਆਂ ਨੇ। ਪਰੰਤੂ ਕਿਉਂਕਿ ਐਸਜੀਪੀਸੀ ਇੱਕ ਚੈਰੀਟੇਬਲ ਸੰਸਥਾ ਹੈ ਜਿਹੜੀ ਕਿ ਸੇਵਾ ਦੇ ਉੱਪਰ ਆਧਾਰਿਤ ਖੜੀ ਹੈਗੀ, ਜਿਹਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਇਹਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਇੱਕ ਵੱਖਰੀ ਉਹ ਗੱਲ ਲੱਗ ਰਹੀ ਹੈ। ਕਿਸ ਤਰ੍ਹਾਂ ਦੀ ਕਾਰਨ ਕੀ ਨੇ, ਕਿੰਨਾ ਪ੍ਰਸਥਿਤੀਆਂ ਦੇ ਵਿੱਚ ਇਹ ਹੋਣ ਦੇ ਵਿੱਚ ਆਈ ਹੈ ਤੇ ਕਾਰਨ ਕੀ ਨੇ, ਅਸਲ ਦੇ ਵਿੱਚ ਇਹ ਸਮਝਣ ਦੀ ਜ਼ਰੂਰਤ ਹੈ ਵੀ ਇਹ ਉਤਪੰਨ ਕਿਉਂ ਹੋਏ। ਤੇ ਜਦ ਕਿ ਐਸਜੀਪੀਸੀ ਦਾ ਮਕਸਦ ਹੀ ਇਹ ਹੈ ਵੀ ਸੇਵਾ ਭਾਵਨਾ ਕਰਨੀ, ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਤੇ ਇਹਦੇ ਵਿੱਚ ਉਸ ਤਰ੍ਹਾਂ ਦੇ ਹੀ ਵਿਅਕਤੀ ਆਉਣ ਜਿਹੜਿਆਂ ਨੇ ਸੇਵਾ ਭਾਵਨਾ ਕਰਨੀ ਹੈ ਤੇ ਸੇਵਾ ਨੂੰ ਆਪਣਾ ਮੁੱਖ ਪਹਿਲੂ ਰੱਖਿਆ ਹੋਇਆ, ਇਮਾਨਦਾਰੀ ਦੇ ਨਾਲ, ਕਮਿਟਮੈਂਟ ਦੇ ਨਾਲ ਕਰਨਾ। ਪਰ ਕਿਉਂਕਿ ਕਾਰਨ ਕੀ ਹੋਇਆ ਪਿਛਲੇ ਸਮੇਂ ਦੇ ਦੌਰਾਨ, ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਹੁੰਦੀਆਂ ਰਹੀਆਂ ਨੇ, ਉਹਦੇ ਤੋਂ ਲੱਗਦਾ ਵੀ ਇਹਦੇ ਲਈ ਕਿੱਥੇ 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 ਇਸ ਤਰ੍ਹਾਂ ਦੀ ਪ੍ਰਸਥਿਤੀ ਉਤਪੰਨ ਹੋਣ ਦੇ ਕਾਰਨ ਕੀ ਨੇ, ਇਹਦੀ ਵੀ ਡੀਪਲੀ ਖੋਜ ਕਰਨ ਦੀ ਜ਼ਰੂਰਤ ਹੈ। ਇਹਦੇ ਬਾਰੇ ਵੀ ਪੂਰੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਹੀ ਵੱਡਾ ਨਿਰਣਾ ਲੈਣ ਦੀ ਜ਼ਰੂਰਤ ਹੈ। ਤੇ ਇਹਦੇ ਲਈ ਇੱਕ ਇਹ ਵੀ ਹੈ, ਜਿਹੜੇ ਐਸਜੀਪੀਸੀ ਦੇ ਇੰਪਲਾਈਜ਼ ਨੇ, ਮੁਲਾਜ਼ਮ ਨੇ ਜਾਂ ਸੇਵਾਦਾਰ ਨੇ, ਜੋ ਵੀ ਹੈ, ਉਹਨਾਂ ਦੇ ਵਿੱਚ ਵੀ ਘੱਟੋ ਘੱਟ ਉਹਨਾਂ ਨੂੰ ਐਸਜੀਪੀਸੀ ਦੇ ਅਕੀਦਿਆਂ ਬਾਰੇ, ਐਸਜੀਪੀਸੀ ਦੇ ਮੋਟੋ ਬਾਰੇ, ਐਸਜੀਪੀਸੀ ਦਾ ਜਿਹੜਾ ਮੁੱਖ ਮਕਸਦ ਹੈ ਉਹਦੇ ਬਾਰੇ ਵੀ ਜਾਣੂ ਕਰਾਉਣ ਦੀ ਜ਼ਰੂਰਤ ਹੈ। ਕਈ ਵਾਰੀ ਇਸ ਤਰ੍ਹਾਂ ਦੀ ਵੀ ਆਉਂਦੀ ਹੈ ਐਸਜੀਪੀਸੀ ਦੇ ਵਿੱਚ ਵੀ ਇੱਕ ਅਫਸਰਸ਼ਾਹੀ ਜਾਂ ਹੋਰ ਤਰ੍ਹਾਂ ਦਾ ਇੱਕ ਪੱਧਰ ਦਾ ਪਨਪ ਰਿਹਾ ਹੁੰਦਾ, ਜਿੱਥੇ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਭਿੰਡਰ ਸਾਹਿਬ, ਡਾਕਟਰ ਸਾਹਿਬ, ਜਿਹੜੀ ਇੱਕ ਹੋਰ ਇਸ ਮਾਮਲੇ 'ਚ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਐਸਜੀਪੀਸੀ ਹੈ, ਇਹ ਸਰੋਤ ਇਹ ਦਸਵੰਧ ਦੇ ਸਿਰ ਤੇ ਇਹ ਕਹਿਣ ਦਾ ਭਾਵ ਕਿ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ। ਤੇ ਮੈਨੇਜਮੈਂਟ ਵੱਲੋਂ ਜਿਨ੍ਹਾਂ ਲੋਕਾਂ ਨੇ ਇੱਕ ਟ੍ਰੇਡ ਯੂਨੀਅਨ ਸਥਾਪਿਤ ਕੀਤੀ ਹੈ, ਗਠਿਤ ਕੀਤੀ ਹੈ, ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਰੌਂ ਦੇ ਵਿੱਚ ਵੀ ਦੱਸੀ ਜਾਂਦੀ ਹੈ। ਅੱਗੇ ਦੇਖਦੇ ਹਾਂ ਕਿ ਮਾਮਲਾ ਅਗਲੇ ਸਮੇਂ ਕਿਸ ਪਾਸੇ ਨੂੰ ਜਾਂਦਾ ਹੈ, ਕਿਉਂਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 21-22 ਹਜ਼ਾਰ ਦੇ ਕਰੀਬ ਮੁਲਾਜ਼ਮ ਜਿਹੜੇ ਦੱਸੇ ਜਾ ਰਹੇ ਨੇ। ਤੇ ਜੇਕਰ ਟ੍ਰੇਡ ਯੂਨੀਅਨ ਅਗਲੇ ਸਮੇਂ ਅੱਗੇ ਵਧਦੀ ਹੈ ਤਾਂ ਮੈਨੇਜਮੈਂਟ ਤੇ ਟ੍ਰੇਡ ਯੂਨੀਅਨ ਦਰਮਿਆਨ ਜਿਹੜਾ ਹੈ ਪਾੜਾ ਉਹ ਹੋਰ ਵੱਧ ਸਕਦਾ ਹੈ, ਕਿਉਂਕਿ ਇਸ ਵੇਲੇ ਜਿਹੜੀ ਹੈ ਟ੍ਰੇਡ ਯੂਨੀਅਨ ਉਹ ਕਹਿੰਦੇ ਨੇ ਕਿ ਬੜੇ ਥੋੜੇ ਸਮੇਂ 'ਚ ਬਣੀ ਹੈ। ਗੁਪਤਚਰ ਸਾਰਾ ਮੈਟਰ ਸਾਹਮਣੇ ਆਇਆ ਤੇ ਇੱਕਦਮ ਇਹ ਗੱਲ ਸਾਹਮਣੇ ਆਈ ਹੈ ਕਿ ਐਸਜੀਪੀਸੀ ਦੇ ਵਿੱਚ ਟ੍ਰੇਡ ਯੂਨੀਅਨ ਬਣ ਚੁੱਕੀ ਹੈ, ਜਿਸ ਤੋਂ ਐਸਜੀਪੀਸੀ ਦੀ ਮੈਨੇਜਮੈਂਟ ਵੀ ਹੈਰਾਨ ਦੱਸੀ ਜਾ ਰਹੀ ਹੈ। ਡਾਕਟਰ ਸਾਹਿਬ, ਇਸ ਮਾਮਲੇ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਇੱਕ ਟ੍ਰੇਡ ਯੂਨੀਅਨ ਦਾ ਸਥਾਪਿਤ ਹੋਣਾ ਤੇ ਉਹਦੀ ਸਥਾਪਤੀ ਦੇ ਜਿਹੜੇ ਆਗੂ ਨੇ ਉਹ ਇੱਕ ਵੱਡੇ ਸਿਆਸੀ ਆਗੂ ਦੇ ਪਰਿਵਾਰ ਨਾਲ ਸੰਬੰਧਿਤ ਨੇ, ਤੇ ਐਸਜੀਪੀਸੀ ਇਸ ਮਾਮਲੇ ਤੋਂ ਯਕਦਮ ਹੈਰਾਨ ਹੁੰਦੀ ਹੈ। ਮਾਮਲਾ ਸਾਰਾ ਗੁਪਤਚਰ ਢੰਗ ਨਾਲ ਅੱਗੇ ਵੱਧਦਾ ਹੈ ਤੇ ਐਸਜੀਪੀਸੀ ਦੇ ਪ੍ਰਧਾਨ ਦੋਸ਼ ਲਗਾ ਰਹੇ ਨੇ ਕਿ ਇਸ ਵੇਲੇ ਜਿਹੜਾ ਐਸਜੀਪੀਸੀ ਤੇ ਅਗਲਾ ਨਿਸ਼ਾਨਾ ਹੈ ਉਹ ਇੱਕ ਵਾਰ ਫਿਰ ਨਿਸ਼ਾਨੇ ਉੱਤੇ ਐਸਜੀਪੀਸੀ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ, ਦੋਨਾਂ ਸਰਕਾਰਾਂ ਉੱਤੇ ਉਹ ਦੋਸ਼ ਲਾਉਂਦੇ ਨੇ। ਇਹ ਗੱਲ ਵੱਖਰੀ ਹੈ ਕਿ ਹੋ ਸਕਦਾ ਹੈ ਕਿ ਆਪਾਂ ਪਹਿਲਾਂ ਵੀ ਗੱਲ ਦੁਹਰਾਈ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰਾਂ ਨੂੰ ਕੋਈ ਇਲਮ ਵੀ ਨਾ ਹੋਵੇ, ਮੁਲਾਜ਼ਮਾਂ ਨੇ ਆਪਣੇ ਸਿਰ ਤੇ ਅਜਿਹਾ ਅਗਲਾ ਕਾਰਜ ਆਰੰਭ ਦਿੱਤਾ ਹੋਵੇ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਅਸਲ ਦੇ ਵਿੱਚ ਜਦੋਂ ਐਸਜੀਪੀਸੀ ਹੋਣ ਦੇ ਵਿੱਚ ਆਈ ਹੈ, ਗੁਰਦੁਆਰਾ ਪ੍ਰਬੰਧ ਦੇ ਵਿੱਚ ਆ ਚੁੱਕੀਆਂ ਗਿਰਾਵਟਾਂ ਮਹੰਤਾਂ ਵੱਲੋਂ ਕੀਤੇ ਜਾਂਦੇ ਕਰਮਾਂ ਦੇ ਵਿਰੋਧ ਦੇ ਵਿੱਚ ਐਸਜੀਪੀਸੀ ਹੋਣ ਦੇ ਵਿੱਚ ਆਈ ਸੀ। ਤੇ ਉਹਦੇ ਵਿੱਚ ਇਹ ਸੀ ਜੋ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤਾ ਜਾਊਗਾ ਜਿਹੜਾ ਕਿ ਸਰਬ ਸਿੱਖਾਂ ਨੂੰ ਪ੍ਰਵਾਨਿਤ ਹੋਊਗਾ ਤੇ ਸ਼ਰਧਾ ਭਾਵ ਵਾਲੇ ਸੇਵਕਾਂ ਨੂੰ ਇਸ ਤਰ੍ਹਾਂ ਦੀ ਸੇਵਾ ਦਿੱਤੀ ਜਾਊਗੀ ਤੇ ਉਹ ਕਾਰਜ ਕਰਨਗੇ ਤੇ ਗੁਰੂ ਘਰ ਦਾ ਜਿਹੜੀ ਮਰਿਆਦਾ ਤੇ ਗੁਰੂ ਘਰ ਦਾ ਪ੍ਰਚਾਰ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਊਗਾ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਊਗਾ। ਪਰੰਤੂ ਇਹਦਾ ਕਾਰਨ ਕੀ ਹੈ ਵੀ ਟ੍ਰੇਡ ਯੂਨੀਅਨ ਦੇ ਤੌਰ ਤੇ ਕਿ ਇਸ ਤਰ੍ਹਾਂ ਦੀ ਯੂਨੀਅਨ ਹੋਣ ਦੇ ਵਿੱਚ ਆ ਰਹੀ ਹੈ ਤੇ ਪ੍ਰਬੰਧਕਾਂ ਨੂੰ ਇਹਦੇ ਬਾਰੇ ਕੋਈ ਗਿਆਨ ਹੀ ਨਹੀਂ ਕਿ ਉਹਨਾਂ ਨੂੰ ਵੀ ਯਕਦਮ ਉਹ ਮਤਲਬ ਅਚੰਭੇ ਦੇ ਵਿੱਚ ਆ ਗਏ। ਇਹਦਾ ਮਤਲਬ ਹੈ
ਪ੍ਰਬੰਧ ਦੇ ਵਿੱਚ ਕੋਈ ਨਾ ਕਿਤੇ ਤਾਂ ਕੋਈ ਚੂਕ ਹੈ ਜਾਂ ਕੋਈ ਨਾ ਕੋਈ ਗੜਬੜ ਹੈ ਜਿਹੜੀ ਦੀ ਪੂਰੀ ਤਰ੍ਹਾਂ ਨਹੀਂ ਉਹਨਾਂ ਨੂੰ ਸਮਝ ਆ ਰਹੀ। ਇਹਦੇ ਪਿੱਛੇ ਇੱਕੋ ਦਮ ਤਾਂ ਕੋਈ ਚੀਜ਼ ਬਣਦੀ ਨਹੀਂ, ਇਹਦੇ ਵਿੱਚ ਕਾਫੀ ਲੰਬਾ ਸਮਾਂ ਲੱਗਦਾ ਹੈ ਬਣਨ ਦੇ ਵਿੱਚ। ਦੂਸਰਾ ਇਹ ਵੀ ਹੋ ਸਕਦਾ ਵੀ ਕੁਝ ਜਿਹੜੀ ਰਾਜਸੀ ਤੌਰ ਦੇ ਵਿੱਚ SGPC ਦੇ ਵਿੱਚ SGPC ਦੇ ਜਿਹੜੇ ਇਲੈਕਟਡ ਮੈਂਬਰ ਨੇ ਜਾਂ ਜਿਹੜੇ ਅਕਾਲੀ ਦਲ ਦੇ ਧੜੇ ਨੇ ਜਾਂ ਹੋਰ ਨੇ, ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਦਖਲਅੰਦਾਜ਼ੀ ਵੀ ਰਹੀ ਹੋਵੇਗੀ ਤੇ ਗਲਤ ਢੰਗ ਨਾਲ ਭਰਤੀਆਂ ਹੋਈਆਂ ਹੋਣਗੀਆਂ ਜਿਹੜਿਆਂ ਦੇ ਪ੍ਰੋਪਰ ਜਿਹੜੇ ਕਿ ਸੇਵਾ ਭਾਵਨਾ ਵਾਲੇ ਇੰਪਲਾਈ ਨਹੀਂ ਹੋਣਗੇ ਤੇ ਕੁਝ ਹੋਰ ਤਰ੍ਹਾਂ ਦੇ ਐਲੀਮੈਂਟ ਵੀ ਆ ਜਾਂਦੇ। ਜਦੋਂ ਇਸ ਤਰ੍ਹਾਂ ਦੀ ਆਉਂਦੀ ਹੈ ਤਦੇ ਕੋਈ ਉਤਪੰਨ ਹੁੰਦੀ ਹੈ। ਤੇ ਦੂਸਰਾ ਇਹ ਵੀ ਹੈ ਵੀ ਸਰਕਾਰ ਦਾ, ਜਿਵੇਂ ਤੁਸੀਂ ਦੱਸਿਆ, ਸਟੇਟ ਗਵਰਨਮੈਂਟ ਜਾਂ ਕੇਂਦਰ ਗਵਰਨਮੈਂਟ ਦੇ ਵੱਲੋਂ ਵੀ ਦਖਲ ਹੋ ਸਕਦਾ, ਹੁੰਦਾ ਹੀ ਹੈ ਇਸ ਤਰ੍ਹਾਂ ਦੇ, ਕਿਉਂਕਿ ਜਦੋਂ ਕਿ SGPC ਐਡਾ ਵੱਡਾ ਅਦਾਰਾ ਹੈ ਤੇ ਏਡੀ ਵੱਡਾ ਕਾਰਜ ਹੈ, ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰ ਰਹੇ ਨੇ ਤੇ ਸਿੱਖਾਂ ਦੀ ਆਸਥਾ ਇਹਦੇ ਨਾਲ ਜੁੜੀ ਹੋਈ ਹੈ, ਬਹੁਤ ਵੱਡੀ ਆਸਥਾ ਜੁੜੀ ਹੋਈ ਹੈ। ਤੇ ਇਹ ਮਤਲਬ ਜੇਕਰ ਇਸ ਤਰ੍ਹਾਂ ਦਾ ਹੋਣ ਲੱਗ ਗਿਆ ਤਾਂ ਅੰਦਰੂਨੀ ਤੌਰ ਤੇ ਬਾਹਰੀ ਤੌਰ ਤੇ ਟਕਰਾਅ ਹੋਏਗਾ ਤੇ ਜਿਹੜੀ ਅਸਲੀ ਭਾਵਨਾ ਹੈ SGPC ਉਹਦੇ ਤੋਂ ਫਿਰਕ ਜਾਣਗੇ। ਜਦ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ, ਕੁਸ਼ਲਤਾ ਦੇ ਨਾਲ ਪ੍ਰਬੰਧ ਕਰਨਾ, ਉੱਚੇ ਸੇਵਕਾਂ ਦੀ ਭਰਤੀ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦਾ ਗੁਰਬਾਣੀ ਕੀਰਤਨ ਦਾ ਨਵਾਂ ਨਰੋਲ ਜਿਹੜਾ ਧਾਰਮਿਕ ਤੌਰ ਤੇ ਪ੍ਰਚਾਰ ਪ੍ਰਸਾਰ ਹੋਵੇ, ਖੋਜ ਹੋਵੇ, ਇਤਿਹਾਸ ਦੀ ਖੋਜ ਤੇ ਉਹਨਾਂ ਦੀ ਪ੍ਰਚਾਰ ਲੋਕਾਂ ਦੇ ਵਿੱਚ ਜਾਵੇ, ਦੇਸ਼ ਵਿਦੇਸ਼ ਦੇ ਵਿੱਚ। ਬਿਲਕੁਲ ਡਾਕਟਰ ਸਾਹਿਬ, SGPC ਦਾ 103 ਸਾਲ ਪੁਰਾਣਾ ਸ਼ਾਨਾਮਾਤਾ ਇਤਿਹਾਸ ਹੈ ਤੇ ਇਹਦੀ ਸਥਾਪਤੀ ਲਈ ਸਿੱਖ ਕੌਮ ਨੇ ਹੁਣ ਤੱਕ 500 ਦੇ ਕਰੀਬ ਕੁਰਬਾਨੀਆਂ, ਸ਼ਹਾਦਤਾਂ ਦਿੱਤੀਆਂ। ਸਿੱਖਾਂ ਨੇ ਇੱਕ ਲਹੂ ਦਾ ਵੱਡਾ ਹਿੱਸਾ ਡੋਲ ਕੇ ਅਜਿਹੀ ਇੱਕ ਇਕਾਈ ਸਥਾਪਿਤ ਕੀਤੀ, ਗੋਰਿਆਂ ਨਾਲ ਸੰਘਰਸ਼ ਕੀਤਾ ਤੇ ਆਖਰ ਜੇ ਪਹਿਲਾਂ ਸਥਾਪਿਤ ਹੋਈ, ਫਿਰ ਕੁਝ ਸਾਲਾਂ ਬਾਅਦ ਇਹਦਾ ਐਕਟ ਹੋਣ ਦੇ ਵਿੱਚ ਆਇਆ। ਕਹਿਣ ਦਾ ਭਾਵ ਕਿ SGPC ਦੀ ਹਕੂਮਤਾਂ ਦੇ ਨਾਲ ਪਿਛਲੇ ਸਮੇਂ ਤੋਂ ਕਈ ਵਾਰ ਜੰਗ ਯੁੱਧ ਹੁੰਦੇ ਰਹੇ ਹੈ। ਕਈ ਵਾਰ ਹਕੂਮਤਾਂ ਨੇ, ਸਰਕਾਰਾਂ ਨੇ ਦਖਲਅੰਦਾਜ਼ੀ ਇਹਦੇ ਵਿੱਚ ਕੀਤੀ ਹੈ। ਖੈਰ, ਅਜੋਕੇ ਦੌਰ ਦੇ ਵਿੱਚ ਜਿਹੜਾ ਬਰੋਡਕਾਸਟਿੰਗ ਦਾ ਮਾਮਲਾ ਹੈ, ਬੜੇ ਲੰਮੇ ਸਮੇਂ ਤੋਂ ਸਿੱਖਾਂ ਦੀ ਮੰਗ ਸੀ। ਸ਼ਾਇਦ ਅਨੰਦਪੁਰ ਸਾਹਿਬ ਦੇ ਮੋਰਚੇ ਦੇ ਵਿੱਚ ਵੀ ਇਹ ਮੰਗ ਸੀ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜਿਹੜਾ ਮੁਫਤ ਗੁਰਬਾਣੀ ਦਾ ਪ੍ਰਸਾਰਨ ਉਹ ਹੋਣਾ ਚਾਹੀਦਾ ਹੈ। ਭਾਵੇਂ ਉਸ ਸਮੇਂ ਇੱਕ ਰੇਡੀਓ ਸਾਧਨ ਸੀਗਾ, ਰੇਡੀਓ ਦੀ ਮੰਗ ਉਠਾਈ ਗਈ। ਬਾਅਦ ਦੇ ਵਿੱਚ TV ਟੈਲੀਵਿਜ਼ਨ ਦਾ ਜ਼ਮਾਨਾ ਆਇਆ, ਮਾਮਲਾ ਅੱਗੇ ਵਧਿਆ ਤੇ ਹੁਣ ਇਸ ਵੇਲੇ ਇੰਟਰਨੈਟ ਦੀ ਦੁਨੀਆ ਹੈ। ਇੰਟਰਨੈਟ ਦੇ ਵਿੱਚ ਅੱਜ SGPC ਨੇ ਇੱਕ ਪਲਾਂਘ ਜ਼ਰੂਰ ਪੁੱਟ ਲਈ ਹੈ। ਸਾਹਿਬ, ਜੋ ਅੱਜ YouTube ਚੈਨਲ SGPC ਨੇ ਸ਼ੁਰੂ ਕੀਤਾ ਹੈ, ਇਹਦੇ ਲਈ ਸਮੁੱਚਾ ਸਿੱਖ ਜਗਤ ਖੁਸ਼ੀ ਦੇ ਰੌਂ ਦੇ ਵਿੱਚ ਹੈ ਤੇ ਸਮੁੱਚਾ ਸਿੱਖ ਜਗਤ ਨੂੰ ਵਧਾਈ ਵੀ ਮਿਲਦੀ ਹੈ ਤੇ ਇਹ ਬਹੁਤ ਹੀ ਵੱਡੀ ਪ੍ਰਾਪਤੀ ਵੀ ਆ, ਕਿਉਂਕਿ ਅੱਜ ਦੀਆਂ ਜਿਹੜੀਆਂ ਬਦਲ ਰਹੀਆਂ ਤਕਨੀਕਾਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਇੰਟਰਨੈਟ ਦਾ ਜ਼ਮਾਨਾ ਹੈ ਤੇ ਉਹਦੇ ਨਾਲ ਲੋਕ ਜੁੜਦੇ ਨੇ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਇਹ ਇੱਕ ਬਹੁਤ ਵਧੀਆ ਮਾਧਿਅਮ ਹੈ। ਪਰੰਤੂ ਇਹਦੇ ਲਈ ਜਿਹੜੀਆਂ ਸ਼ਰਤਾਂ ਨੇ, ਜੋ ਮਰਿਆਦਾ ਨੂੰ ਕਾਇਮ ਰੱਖਣਾ, ਉਹ SGPC ਨੇ ਨਿਸ਼ਚਿਤ ਕੀਤੀਆਂ ਹੋਣਗੀਆਂ ਤੇ ਉਹਨਾਂ ਦਾ ਪਾਲਣਾ ਕਰਾਉਣ ਦੇ ਲਈ ਉਹ ਬਾਕਾਇਦਾ ਤੌਰ ਤੇ ਉਹਨਾਂ ਨੇ ਇਹਦੇ ਉੱਪਰ ਆਪਣਾ ਪੂਰਾ ਵਰਕ ਵੀ ਕੀਤਾ ਹੋਊਗਾ। ਕਿਉਂਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਕੋਈ ਮਰਿਆਦਾ ਦੇ ਵਿਰੁੱਧ ਜਾ ਕੇ ਕੋਈ ਕਾਰਜ ਕਰੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਨ ਦੇ ਲਈ ਇੰਟਰਨੈਟ ਦੇ ਉੱਪਰ ਬਾਕਾਇਦਾ ਕਾਨੂੰਨ ਬਣੇ ਹੋਏ ਨੇ, ਉਸ ਸੰਬੰਧ ਦੇ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ। ਇਹ SGPC ਦੀ ਤੇ ਉਹਨਾਂ ਨੂੰ ਆਪਣੀ ਇਸ ਤਰ੍ਹਾਂ ਦੀ ਟੀਮ ਵੀ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਜੀ ਪਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਇਹਦੇ ਮਾਮਲੇ ਦੇ ਵਿੱਚ SGPC ਸ੍ਰੀ ਅੰਮ੍ਰਿਤਸਰ ਜਿਹੜਾ ਨਵਾਂ YouTube ਚੈਨਲ ਹੈ, ਉਹਦੇ ਲਿੰਕ ਨਹੀਂ ਦਿੱਤੇ ਜਾਣਗੇ। ਅਥਾਰਟੀ ਵੱਲੋਂ ਉੱਦਾਂ ਸ਼ੇਅਰ ਕੀਤੇ ਜਾਣ ਦੀ ਵਿਵਸਥਾ ਰੱਖੀ ਗਈ ਹੈ ਤਾਂ ਕਿ ਇਹ ਅੱਗੇ ਜਿਹੜੇ ਇਹਦੇ ਗਾਹਕ ਹੋਣਗੇ, ਖਪਤਕਾਰ ਹੋਣਗੇ ਜਾਂ ਸ਼ਰਧਾਲੂ, ਉਹ ਅੱਗੇ ਇਸ ਨੂੰ ਵਧਾਈ ਜਾਣਗੇ। ਹਾਲਾਂਕਿ ਇਹ ਮੁਫਤ ਹੈ, ਇਸ ਨੂੰ ਆਪਾਂ ਗਾਹਕ ਜਾਂ ਖਪਤਕਾਰ ਕਹਿਣਾ ਵੀ ਸ਼ਾਇਦ ਗਲਤ ਹੈ। ਖੈਰ, ਆਪਾਂ ਸ਼ਰਧਾਲੂਆਂ ਤੱਕ ਮਾਮਲਾ ਸੀਮਿਤ ਰੱਖਦੇ ਹਾਂ। ਵੱਡੀ ਗੱਲ ਜਿਹੜੀ ਉਹ ਮੰਗ ਹਾਲੇ ਉੱਥੇ ਖੜੀ ਹੈ, ਭਾਵੇਂ ਕਿ ਅੱਜ ਇੱਕ ਵੱਖਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ ਜਿਹੜਾ ਸੈਟੇਲਾਈਟ ਵਿਵਸਥਾ ਕਾਇਮ ਕਰਨੀ ਹੈ। ਕਹਿਣ ਦਾ ਭਾਵ ਕਿ ਵੱਡੇ ਚੈਨਲਾਂ, ਵੱਡੇ ਟੀਵੀਆਂ ਦੇ ਉੱਤੇ ਜਿਹੜਾ ਇਹ ਗੁਰਬਾਣੀ ਪ੍ਰਸਾਰ ਮੁਫਤ ਪੱਧਰ 'ਤੇ ਆਵੇ। ਹਾਲੇ ਭਾਵੇਂ ਕਿ ਹੁਣ ਤੱਕ ਉਹ ਇੱਕ ਚੈਨਲ PTC ਚੈਨਲ ਤੱਕ ਹੀ ਸੀਮਤ ਸੀ ਤੇ ਇਹਦਾ ਘੇਰਾ ਜਿਹੜਾ ਵਧਣ ਦਾ ਘੇਰਾ ਮਕਸਦ ਸਿਰਫ ਇਹੀ ਹੈ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਮਾਮਲੇ ਨੂੰ ਆਪਣੇ ਹੱਥ ਦੇ ਵਿੱਚ ਲਵੇ, ਭਾਵੇਂ ਕਿ ਹਾਲੇ ਜਿਹੜੀ ਹੈ ਅਗਲੇ ਕੁਝ ਸਮੇਂ ਤੱਕ ਜਦੋਂ ਤੱਕ ਸੈਟੇਲਾਈਟ ਨਹੀਂ ਸਥਾਪਿਤ ਹੁੰਦਾ ਤਾਂ ਜਿਹੜੇ ਅਗਲੇ ਅਖਤਿਆਰ ਨੇ ਗੁਰਬਾਣੀ ਪ੍ਰਸਾਰਣ ਦੇ ਉਹ ਪਹਿਲਾਂ ਵਾਂਗ PTC ਚੈਨਲ ਕੋਲ ਹੀ ਰਹਿਣਗੇ। ਡਾਕਟਰ ਸਾਹਿਬ, ਆਪਾਂ ਅੱਗੇ ਇੱਕ ਸਿਆਸਤ ਨਾਲ ਜੁੜੀ ਗੱਲ ਹੋਰ ਕਰ ਲੈਂਦੇ ਹਾਂ, ਕਿਉਂਕਿ ਪਹਿਲਾਂ ਆਪਾਂ ਇੰਡੀਆ ਗੱਠਜੋੜ ਦੀ ਗੱਲ ਸਟਾਰਟਿੰਗ ਦੇ ਵਿੱਚ ਸ਼ੁਰੂ 'ਚ ਕੀਤੀ ਸੀ ਤੇ ਹੁਣ ਦੂਜੇ ਬੰਨੇ ਹੈ NDA। ਇੰਡੀਆ ਜਿਸ ਦਿਨ ਗੱਠਜੋੜ ਹੋਇਆ ਉਸੇ ਦਿਨ ਹੀ NDA ਦੀ ਵੀ ਇੱਕ ਬੈਠਕ ਹੋਈ ਸੀ। NDA ਨੂੰ ਵੀ ਉਹਨਾਂ ਨੇ ਨਵੇਂ ਸਿਰੋਂ ਸਰਗਰਮ ਕੀਤਾ ਸੀ, ਸਾਰੀਆਂ ਪੁਰਾਣੀਆਂ ਭਾਈਵਾਲ ਪਾਰਟੀਆਂ ਉਹਦੇ ਵਿੱਚ ਸ਼ਾਮਲ ਹੋਈਆਂ। ਤੇ ਜਿਹੜੀ ਵੱਡੀ ਗੱਲ ਹੈ ਕਿ ਹੁਣ ਅਗਲੀਆਂ 5 ਰਾਜਾਂ ਦੇ ਵਿੱਚ ਚੋਣਾਂ ਆ ਰਹੀਆਂ ਨੇ, ਅਸੈਂਬਲੀ ਦੀਆਂ, ਵਿਧਾਨ ਸਭਾ ਦੀਆਂ। ਉਹਨਾਂ ਚੋਣਾਂ ਲਈ ਦੱਸਦੇ ਨੇ ਕਿ NDA ਵੱਲੋਂ ਜਿਹੜੀ ਅਗਲੀ ਕਮਾਂਡ ਹੈ ਭਾਜਪਾ ਵੱਲੋਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਦਿੱਤੀ ਗਈ ਹੈ, ਤਾਂ ਕਿ ਜਿਹੜਾ ਇਹ ਲੋਕ ਸਭਾ ਚੋਣਾਂ 2024 ਲਈ ਸੈਮੀ ਫਾਈਨਲ ਭੇਡ ਵੱਜਣਾ ਉਹਦੇ ਵਿੱਚੋਂ NDA ਕੋਈ ਮਾਤ ਨਾ ਖਾ ਸਕੇ। ਕਹਿੰਦਾ ਭਾਵ ਕਿ NDA ਦੀ ਚੜ੍ਹਤ ਜਿਵੇਂ ਹੈ ਸਾਲਾਂ ਬੱਧੀ ਤੋਂ ਪਿਛਲੇ 9-10 ਸਾਲਾਂ ਤੋਂ ਉਵੇਂ ਬਰਕਰਾਰ ਰਹਿ ਸਕੇ। ਖੈਰ, ਅੱਗੇ ਜੋ ਵੀ ਫੈਸਲਾ ਉਹ ਵੋਟਰਾਂ ਨੇ ਕਰਨਾ ਹੁੰਦਾ ਹੈ, ਪਰੰਤੂ ਜਿਹੜੀਆਂ ਸਿਆਸੀ ਗੱਠਜੋੜ ਨੇ, ਸਿਆਸੀ ਧਿਰਾਂ ਨੇ, ਉਹ ਹਰ ਵਾਹ ਲਾਉਂਦੀਆਂ ਨੇ। ਜਿਹੜੀ ਹੁਣ ਭਾਜਪਾ ਵੱਲੋਂ ਵਾਹ ਹੈ ਕਿ ਉਹ ਜਿਹੜੀ ਕਮਾਂਡ ਹੈ ਪ੍ਰਚਾਰ ਲਈ ਸਾਰੀ ਰਣਨੀਤੀ ਦੀ ਉਹ ਅਮਿਤ ਸ਼ਾਹ ਦੇ ਹਵਾਲੇ ਕਰ ਦਿੱਤੀ ਗਈ ਹੈ। ਜੀ ਡਾਕਟਰ ਸਾਹਿਬ। ਕਿਉਂਕਿ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਨਵੰਬਰ-ਦਸੰਬਰ ਦੇ ਵਿੱਚ ਹੋਣੀਆਂ ਨੇ, ਇਹ ਇੱਕ ਸੈਮੀ ਫਾਈਨਲ ਹੋਵੇਗਾ। ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ 2024 ਚ ਹੋਣੀ ਆ, ਉਹਦੀ ਦਿਸ਼ਾ ਨਿਰਦੇਸ਼ ਜਾਂ ਉਹਦੀ ਹਵਾ ਦਾ ਜਾਂ ਉਹਦੀ ਟੋਨ ਨੂੰ ਸੈੱਟ ਕਰ ਦੇਣਗੇ ਵੀ ਕਿੱਧਰ ਨੂੰ ਦੇਸ਼ ਨੇ ਜਾਣਾ। ਕਿਉਂਕਿ ਪੰਜਾਂ ਦੇ ਵਿੱਚੋਂ 4 ਰਾਜ ਬਹੁਤ ਵੱਡੇ ਰਾਜ ਨੇਗੇ। ਖਾਸ ਤੌਰ ਤੇ ਦੇਖਿਆ ਜਾਵੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਔਰ ਮਿਜ਼ੋਰਮ, ਇੱਥੇ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਨ੍ਹਾਂ ਦੇ ਵਿੱਚ 2 ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਦੀ, ਵੱਡੇ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਰਾਜਸਥਾਨ ਔਰ ਛੱਤੀਸਗੜ੍ਹ ਦੇ ਵਿੱਚ ਸਰਕਾਰ ਹੈ। ਤੇ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਇਹਨਾਂ ਰਾਜਾਂ ਦੇ ਵਿੱਚੋਂ ਪੂਰੀ ਤਰ੍ਹਾਂ ਆਪਣੀ ਜਿੱਤ ਹਾਸਲ ਕਰੇ ਤੇ ਪ੍ਰਭਾਵ ਸਿਰਜ ਸਕੇ, ਜਿਹਦਾ ਕਿ 2024 ਦੇ ਵਿੱਚ ਉਹ ਲਾਹਾ ਲੈ ਸਕਣ। ਤੇ ਦੂਸਰੇ ਪਾਸੇ ਆਪੋਜੀਸ਼ਨ ਪਾਰਟੀਆਂ ਵੀ ਆਪਣਾ ਪੂਰਾ ਜ਼ੋਰ ਲਾ ਰਹੀਆਂ ਨੇ ਤੇ ਉਹ ਵੀ ਇਸ ਦੇ ਲਈ ਪੂਰੀ ਤਰ੍ਹਾਂ ਤਿਆਰੀ ਕੱਸ ਰਹੀਆਂ ਨੇ। ਬੇਸ਼ੱਕ ਛੱਤੀਸਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ, ਪਰ ਉਹਨਾਂ ਦਾ ਲੱਗ ਨਹੀਂ ਰਿਹਾ, ਉਹਨਾਂ ਨੂੰ ਬਦਲ ਮਿਲ ਨਹੀਂ ਰਹੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਅਮਿਤ ਸ਼ਾਹ ਆਪਣਾ ਹਰੇਕ ਸਾਧਨ ਵਰਤਣਗੇ। ਉਹਨਾਂ ਨੂੰ ਪੂਰੇ ਇਖਤਿਆਰਾਤ ਦਿੱਤੇ ਗਏ ਨੇ ਤੇ ਉਹ ਵੱਡੇ ਦਿਗਜ ਨੇਤਾ ਨੇ, ਉਹ ਸਰਕਾਰੀ ਪੱਧਰ ਦੇ ਉੱਪਰ ਬੜਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ। ਉਹ ਚੋਣਾਂ ਦੇ ਵਿੱਚ ਇਸ ਤਰ੍ਹਾਂ ਚਾਹੁੰਦੇ ਨੇ ਕਿ ਆਪਣੇ ਨਤੀਜੇ ਆਪਣੇ ਹੱਕ ਦੇ ਵਿੱਚ ਕਰ ਸਕਣ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਆ ਜਿਹੜੀ BRS ਪਾਰਟੀ ਹੈ, ਉਹ ਮਤਲਬ ਕਾਂਗਰਸ ਔਰ ਭਾਜਪਾ ਤੋਂ ਦੂਰੀ ਬਣਾ ਕੇ ਇਕੱਲਿਆਂ ਜਿੱਤਣਾ ਚਾਹੁੰਦੀ ਹੈ ਤੇ ਤਾਂ ਜੋ ਉਹ ਆਉਣ ਵਾਲੀ 24 ਦੇ ਵਿੱਚ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਸਾਬਤ ਕਰ ਸਕਣ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਲਈ ਆਪਣਾ ਹੱਕ ਵੀ ਜਿਤਾ ਸਕਣ। ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ ਜਿਨ੍ਹਾਂ ਦੇ ਵਿੱਚੋਂ 2024 ਦੀ ਇਲੈਕਸ਼ਨ ਆਉਣੀ ਹੈ ਤੇ ਇਹ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਨੇ ਇਹ ਤੈਅ ਕਰਨਗੀਆਂ ਕਿ ਕਿਸ ਤਰ੍ਹਾਂ ਦੀ ਦਿਸ਼ਾ ਭਾਰਤ ਦੀ ਰਾਜਨੀਤੀ ਦੇ ਵਿੱਚ ਪਾਰਲੀਮੈਂਟ ਚੋਣਾਂ ਦੇ ਵਿੱਚ ਆਏਗੀ। ਜੀ ਭਿੰਡਰ ਸਾਹਿਬ। ਬਿਲਕੁਲ, ਭਾਜਪਾ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਨੂੰ ਇੱਕ ਵੱਡਾ ਸੈਮੀ ਫਾਈਨਲ ਮੰਨ ਕੇ ਅੱਗੇ ਵਧ ਰਹੀ ਹੈ। ਹੁਣ ਅੱਗੇ ਦੇਖਣਾ ਹੋਵੇਗਾ ਕਿ ਮਾਮਲਾ ਰਾਜਸੀ ਹੈ, ਰਾਜਸੀ ਦ੍ਰਿਸ਼ ਕਿਸੇ ਵੇਲੇ ਕਿਸ ਪੱਧਰ ਨੂੰ ਕਿਸ ਤਰ੍ਹਾਂ ਦੀ ਕਰਵਟ ਲੈਂਦੇ ਹੈ ਉਹ ਸਮਾਂ ਹੀ ਦੱਸਦਾ ਹੈ। ਉਮੀਦ ਹੈ ਕਿ ਸਾਡਾ ਅੱਜ ਦਾ ਇਹ ਚਰਚਾ ਦਾ ਪ੍ਰੋਗਰਾਮ ਆਪ ਜੀ ਨੂੰ, ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਪਸੰਦ ਆਇਆ ਹੋਵੇਗਾ। ਈ ਮਿਸ਼ਨ ਪੰਜਾਬੀ।